ਇਹ ਕਹਾਣੀ ਸ਼ੈਲੀ ਦੀ ਹੈ। ਉਸ ਨਾਲ ਜੋ ਬੀਤੀ ਉਸਨੇ ਦੱਸੀ। ਸ਼ੈਲੀ ਦਾ ਘਰ ਵਾਲਾ ਕਿਤੇ ਹੋਰ ਸ਼ਹਿਰ ਨੌਕਰੀ ਕਰਦਾ ਸੀ। ਉਹ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ। ਫਿਰ ਉਸ ਕੋਲ ਉਸ ਦਾ ਚਚੇਰਾ ਭਰਾ ਰਹਿਣ ਆਇਆ। ਸ਼ੈਲੀ ਨੇ ਆਪਣੇ ਘਰ ਵਾਲੇ ਦੀ ਇਜਾਜ਼ਤ ਨਾਲ ਉਸ ਨੂੰ ਰੱਖ ਲਿਆ। ਉਹ ਮੇਰਾ ਬਹੁਤ ਧਿਆਨ ਰੱਖਦਾ ਸੀ। ਇੱਕ ਦਿਨ ਮੈਨੂੰ ਬਹੁਤ ਤੇਜ਼ ਬੁਖਾਰ ਹੋ ਗਿਆ। ਡਾਕਟਰ ਨੇ ਆਰਾਮ ਕਰਨ ਲਈ ਕਿਹਾ ਤੇ ਉਸ ਨੇ ਮੇਰਾ ਬਹੁਤ ਧਿਆਨ ਰੱਖਿਆ। ਉਹ ਮੈਨੂੰ ਰੋਜ਼ ਦਵਾਈ ਦੇ ਕੇ ਜਾਂਦਾ ਤੇ ਜੇਕਰ ਕੁਝ ਚਾਹੀਦਾ ਹੁੰਦਾ ਉਹ ਬਾਜ਼ਾਰ ਤੋਂ ਲੈ ਕੇ ਆਉਂਦਾ। ਇੱਕ ਦਿਨ ਮੇਰੇ ਪੇਟ ਵਿੱਚ ਦਰਦ ਹੋਇਆ। ਮੈਂ ਡਾਕਟਰ ਨੂੰ ਚੈੱਕ ਕਰਵਾਇਆ ਤਾਂ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਪ੍ਰੈਗਨੈਂਟ ਹੋ। ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਮੈਂ ਡਰ ਗਈ ਕਿ ਇਹ ਕਿੱਦਾਂ ਹੋ ਸਕਦਾ। ਮੈਂ ਡਾਕਟਰ ਨੂੰ ਕਿਹਾ ਤੁਸੀਂ ਚੰਗੀ ਤਰ੍ਹਾਂ ਦੇਖੋ, ਤੁਹਾਨੂੰ ਕੋਈ ਗਲਤੀ ਲੱਗੀ ਹੈ। ਤਾਂ ਡਾਕਟਰ ਨੇ ਕਿਹਾ ਕਿ ਤੁਸੀਂ ਪਿਛਲੇ 4 ਸਾਲਾਂ ਤੋਂ ਮੇਰੇ ਕੋਲ ਟ੍ਰੀਟਮੈਂਟ ਕਰਵਾ ਰਹੇ ਹੋ। ਜੇਕਰ ਤੁਹਾਨੂੰ ਪਰਮਾਤਮਾ ਨੇ ਖੁਸ਼ੀ ਦਿੱਤੀ ਹੈ ਤਾਂ ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ। ਮੇਰੀ ਜ਼ਿੰਦਗੀ ਮੈਂ ਇਹੋ ਜਿਹਾ ਮੋੜ ਆਏਗਾ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੇਰਾ ਘਰ ਵਾਲਾ ਦੂਰ ਸ਼ਹਿਰ ਵਿੱਚ ਨੌਕਰੀ ਕਰਦਾ ਸੀ। ਉਹ ਕਾਫੀ ਮਹੀਨੇ ਬਾਅਦ ਆਉਂਦੇ ਸੀ। ਜਦੋਂ ਆਉਂਦੇ ਸੀ ਤਾਂ ਮੈਨੂੰ ਹੁੰਦਾ ਸੀ ਕਿ ਮੈਂ ਪ੍ਰੈਗਨੈਂਟ ਹੋ ਜਾਵਾਂ, ਪਰ ਮੇਰੀ ਤਮੰਨਾ ਪੂਰੀ ਨਾ ਹੁੰਦੀ। ਮੈਂ ਡਾਕਟਰ ਨੂੰ ਕੁਝ ਨਾ ਕਿਹਾ ਤੇ ਘਰ ਆ ਗਈ। ਮੇਰੇ ਸਰੀਰ ਬੇਚੈਨ ਹੋ ਗਿਆ ਸੀ। ਪਤਾ ਨਹੀਂ ਕਿੱਦਾਂ ਘਰ ਤੱਕ ਆਈ। ਮੈਂ ਹੀ ਜਾਣਦੀ ਸੀ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ। ਗੇਟ ਦੀ ਬੈਲ ਮਾਰੀ ਤਾਂ ਮੇਰਾ ਚਚੇਰੇ ਭਰਾ ਨੇ ਦਰਵਾਜ਼ਾ ਖੋਲ੍ਹਿਆ ਤੇ ਕਿਹਾ ਕਿ ਤੁਸੀਂ ਲੇਟ ਹੋ ਗਏ। ਮੈਂ ਤੁਹਾਡੀ ਉਡੀਕ ਕਰ ਰਿਹਾ ਸੀ। ਮੈਂ ਬਹੁਤ ਚਿੰਤਾ ਵਿੱਚ ਸੀ ਤੇ ਸੋਚ ਰਹੀ ਸੀ ਕਿ ਰਾਜੂ ਮੇਰੇ ਨਾਲ ਇਦਾਂ ਕਿੱਦਾਂ ਕਰ ਸਕਦਾ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਉਹ ਮੈਨੂੰ ਦਵਾਈ ਦਿੰਦਾ ਸੀ ਜਿਸ ਨੂੰ ਖਾ ਕੇ ਮੈਂ ਗੂੜੀ ਨੀਂਦ ਵਿੱਚ ਸੌਂ ਜਾਂਦੀ ਸੀ। ਮੈਨੂੰ ਕੁਝ ਪਤਾ ਨਹੀਂ ਸੀ ਚੱਲਦਾ ਕਿ ਰਿਸ਼ਤੇ ਇੰਨੇ ਕਮਜ਼ੋਰ ਹੁੰਦੇ ਹਨ ਕਿ ਹਵਸ ਦੇ ਸਾਹਮਣੇ ਕੁਝ ਨਜ਼ਰ ਨਹੀਂ ਆਉਂਦਾ। ਮੈਂ ਬੁੱਤ ਬਣੀ ਇਹੀ ਸੋਚ ਰਹੀ ਸੀ। ਮੈਂ ਆਪਣੇ ਬਚਪਨ ਦੀਆਂ ਗੱਲਾਂ ਯਾਦ ਕਰੀਆਂ ਕਿ ਕਿੱਦਾਂ ਛੋਟੇ-ਛੋਟੇ ਹੁੰਦੇ ਅਸੀਂ ਬਚਪਨ ਇਕੱਠੇ ਗੁਜ਼ਾਰਿਆ। ਉਹ ਮੇਰੇ ਨਾਲੋਂ ਬਹੁਤ ਛੋਟਾ ਸੀ। ਮੇਰੇ ਸਗੇ ਰਿਸ਼ਤੇ ਸੀ ਤੇ ਮੇਰੇ ਘਰ ਵਾਲੇ ਨੇ ਵੀ ਇਸ ਲਈ ਹਾਂ ਕਰ ਦਿੱਤੀ ਸੀ ਕਿ ਮੈਂ ਇਕੱਲੀ ਹੁੰਦੀ ਹਾਂ। ਕੋਈ ਆਪਣਾ ਮੇਰੇ ਕੋਲ ਰਹੇਗਾ ਤਾਂ ਕੋਈ ਫਿਕਰ ਵਾਲੀ ਗੱਲ ਨਹੀਂ ਹੈ। ਬਸ ਇਹੀ ਸੋਚ ਵਿੱਚ ਮੈਂ ਬੈੱਡ ਤੇ ਬੇਜਾਨ ਬੈਠੀ ਸੀ। ਰਾਜੂ ਮੈਨੂੰ ਬਾਰ-ਬਾਰ ਪੁੱਛ ਰਿਹਾ ਸੀ ਕਿ ਤੁਸੀਂ ਠੀਕ ਹੋ। ਮੈਂ ਕਿਹਾ ਬਸ ਸਿਰ ਦਰਦ ਹੈ। ਹਮੇਸ਼ਾ ਮੈਨੂੰ ਆਪਣੀ ਜੀਜੇ ਦੇ ਨਾਂ ਨਾਲ ਛੇੜਦਾ ਸੀ ਕਿ ਤੁਸੀਂ ਇੰਨੇ ਸੋਹਣੇ ਹੋ, ਤੁਹਾਡੇ ਨਾਲ ਤਾਂ ਕੋਈ ਸਮਾਰਟ ਜਿਹਾ ਮੁੰਡਾ ਚਾਹੀਦਾ ਸੀ। ਜੀਜਾ ਜੀ ਤੁਹਾਡੇ ਨਾਲ ਨਹੀਂ ਜੱਚਦੇ। ਅਸੀਂ ਸ਼ੁਰੂ ਤੋਂ ਹੀ ਇੱਕ ਦੂਜੇ ਨੂੰ ਮਜ਼ਾਕ ਕਰ ਲੈਂਦੇ ਸੀ। ਹੁਣ ਵੀ ਉਹ ਜਦੋਂ ਦਾ ਆਇਆ ਸੀ ਮੇਰੇ ਕੋਲ ਦੇਰ ਰਾਤ ਤੱਕ ਗੱਲਾਂ ਕਰਦਾ। ਕੀ ਲੱਗਦਾ ਜੀਜਾ ਜੀ ਤੁਹਾਨੂੰ ਭੁੱਲ ਗਏ? ਕਿਸੇ ਹੋਰ ਨਾਲ ਵਿਆਹ ਤਾਂ ਨਹੀਂ ਕਰਵਾ ਲਿਆ? ਮੈਂ ਉਸ ਨੂੰ ਗੁੱਸੇ ਹੁੰਦੀ ਕਿ ਤੂੰ ਆਪਣੇ ਜੀਜੇ ਦੇ ਮਗਰ ਕਿਉਂ ਪਿਆ ਰਹਿਣਾ, ਤਾਂ ਉਹ ਜ਼ੋਰ-ਜ਼ੋਰ ਦੀ ਹੱਸਦਾ ਸੀ। ਉਹ ਆਪਣੇ ਕਾਲਜ ਵਿੱਚ ਜਾਂਦਾ ਤੇ ਪੂਰਾ ਟਾਈਮ ਘਰ ਹੀ ਹੁੰਦਾ ਸੀ। ਮੈਂ ਸੋਚਦੀ ਕਿ ਉਸਨੇ ਮੇਰੇ ਨਾਲ ਇੰਨੀ ਘਟੀਆ ਹਰਕਤ ਕਿਉਂ ਕੀਤੀ। ਮੈਨੂੰ ਇਹ ਲੱਗ ਰਿਹਾ ਸੀ ਕਿ ਮੇਰੇ ਸਿਰ ਤੇ ਜਿੱਦਾਂ ਪਹਾੜ ਟੁੱਟ ਗਿਆ ਸੀ। ਮੈਂ ਇਹੀ ਸਭ ਸੋਚ ਰਹੀ ਸੀ ਕਿ ਰਾਜੂ ਨੇ ਮੇਰੇ ਕਮਰੇ ਦਾ ਦਰਵਾਜ਼ਾ ਨੌਕ ਕੀਤਾ ਤੇ ਅੰਦਰ ਆ ਗਿਆ ਤੇ ਉਸ ਦੇ ਹੱਥ ਵਿੱਚ ਦੁੱਧ ਦਾ ਗਲਾਸ ਸੀ। ਉਹ ਮੇਰੇ ਕੋਲ ਬੈੱਡ ਤੇ ਬੈਠ ਗਿਆ। ਮੈਂ ਡਰ ਕੇ ਪਿੱਛੇ ਹਟ ਗਈ ਕਿ ਪਤਾ ਨਹੀਂ ਕੀ ਹੋ ਜਾਣਾ। ਉਸ ਨੇ ਮੈਨੂੰ ਕਿਹਾ ਕੀ ਗੱਲ ਤੁਸੀਂ ਠੀਕ ਹੋ? ਮੈਂ ਤੇ ਉਹ ਉਸ ਸਮੇਂ ਘਰ ਵਿੱਚ ਇਕੱਲੇ ਸੀ। ਡਾਕਟਰ ਦੀ ਗੱਲ ਤੋਂ ਬਾਅਦ ਡਰ ਤਾਂ ਲੱਗਣਾ ਹੀ ਸੀ ਤੇ ਉਸ ਸਮੇਂ ਦੁੱਧ ਦਾ ਗਲਾਸ ਮੈਂ ਲਿੱਤਾ ਤੇ ਸਾਈਡ ਤੇ ਰੱਖ ਕੇ ਕਿਹਾ ਕਿ ਤੂੰ ਜਾ, ਮੈਨੂੰ ਨੀਂਦ ਆ ਰਹੀ ਹੈ, ਕਿਉਂਕਿ ਉਹ ਕਾਫੀ ਦੇਰ ਤੱਕ ਮੈਨੂੰ ਆਪਣੇ ਕਾਲਜ ਦੇ ਕਿੱਸੇ ਸੁਣਾਉਂਦਾ ਹੁੰਦਾ ਸੀ। ਜਦੋਂ ਉਸਨੂੰ ਰੁੱਖੀ ਆਵਾਜ਼ ਵਿੱਚ ਕਿਹਾ ਤਾਂ ਉਹ ਘਬਰਾ ਗਿਆ ਤੇ ਕਹਿਣ ਲੱਗਾ ਕਿ ਤੁਸੀਂ ਠੀਕ ਹੋ। ਮੈਨੂੰ ਉਸਦੀ ਇਸ ਸ਼ਰਾਫਤ ਦੇ ਨਾਟਕ ਤੋਂ ਡਰ ਲੱਗ ਰਿਹਾ ਸੀ ਤੇ ਨਫ਼ਰਤ ਵੀ ਹੋ ਰਹੀ ਸੀ। ਦਿਲ ਕਰਦਾ ਸੀ ਕਿ ਇਸ ਦੇ ਮੂੰਹ ਦੇ ਉੱਤੇ ਥੱਪੜ ਮਾਰ ਕੇ ਇਸ ਨੂੰ ਘਰੋਂ ਕੱਢ ਦੇਵਾਂ, ਪਰ ਮੈਂ ਉਸਨੂੰ ਰੰਗੇ ਹੱਥੀਂ ਫੜਨਾ ਚਾਹੁੰਦੀ ਸੀ। ਉਹ ਕਮਰੇ ਵਿੱਚੋਂ ਜਾਣ ਲੱਗਾ ਤਾਂ ਮੈਂ ਕਿਹਾ ਕਿ ਮੈਨੂੰ ਉਠਾਈ ਨਾ, ਮੈਂ ਸੌਣਾ ਚਾਹੁੰਦੀ ਹਾਂ। ਉਸਨੇ ਕਿਹਾ ਤੁਸੀਂ ਦੁੱਧ ਜ਼ਰੂਰ ਪੀ ਲੈਣਾ, ਰੋਟੀ ਵੀ ਨਹੀਂ ਖਾਈ ਤੁਸੀਂ। ਉਹ ਮੈਨੂੰ ਦੁੱਧ ਦਾ ਦੁਬਾਰਾ ਕਹਿ ਕੇ ਕਮਰੇ ਵਿੱਚੋਂ ਬਾਹਰ ਚਲਾ ਗਿਆ। ਮੈਂ ਦੁੱਧ ਬਾਥਰੂਮ ਵਿੱਚ ਡੋਲ ਦਿੱਤਾ ਤੇ ਦਵਾਈ ਵੀ ਦਰਾਜ ਵਿੱਚ ਰੱਖ ਦਿੱਤੀ ਤੇ ਲਾਈਟ ਬੰਦ ਕਰਕੇ ਸੌਣ ਦਾ ਨਾਟਕ ਕੀਤਾ। ਮੈਨੂੰ ਇੰਤਜ਼ਾਰ ਸੀ ਕਿ ਉਹ ਕਦੋਂ ਕਮਰੇ ਵਿੱਚ ਆਏ। ਮੈਂ ਉਸਦੀ ਉਡੀਕ ਕਰਕੇ ਥੱਕ ਗਈ। ਮੈਨੂੰ ਨੀਂਦ ਵੀ ਆ ਰਹੀ ਸੀ। ਮੈਂ ਸੋਚਿਆ ਕਿਉਂ ਨਾ ਮੈਂ ਉਸਦੇ ਕਮਰੇ ਵਿੱਚ ਜਾ ਕੇ ਦੇਖ ਲਵਾਂ ਕਿ ਉਹ ਕੀ ਕਰਦਾ ਹੈ। ਮੈਂ ਆਪਣੇ ਕਮਰੇ ਵਿੱਚੋਂ ਨਿਕਲ ਕੇ ਬਾਹਰ ਗਈ। ਰਾਜੂ ਦਾ ਕਮਰਾ ਬਿਲਕੁਲ ਮੇਰੇ ਕਮਰੇ ਦੇ ਸਾਹਮਣੇ ਸੀ। ਉਸ ਦਾ ਦਰਵਾਜ਼ਾ ਖੁੱਲ੍ਹਿਆ ਤੇ ਮੈਂ ਹੌਲੀ ਜਿਹੀ ਦਰਵਾਜ਼ਾ ਖੋਲ੍ਹਿਆ ਤੇ ਮੈਂ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਮੈਂ ਉਸਦੇ ਕਮਰੇ ਦਾ ਦਰਵਾਜ਼ਾ ਹੌਲੀ ਜਿਹੀ ਬੰਦ ਕੀਤਾ ਤੇ ਆਪਣੇ ਕਮਰੇ ਵਿੱਚ ਆ ਗਈ।
ਫਿਰ ਮੈਨੂੰ ਰਾਜੂ ਦੀ ਮੰਮੀ ਯਾਨੀ ਕਿ ਮੇਰੀ ਚਾਚੀ ਦੀ ਗੱਲ ਯਾਦ ਆਈ, ਜਦੋਂ ਉਹਨਾਂ ਮੈਨੂੰ ਫ਼ੋਨ ਕੀਤਾ ਸੀ ਕਿ ਤੈਨੂੰ ਪਤਾ ਮੈਂ ਰਾਜੂ ਨੂੰ ਕਿੱਦਾਂ ਪਾਲਿਆ ਤੇ ਉਹ ਬਹੁਤ ਭੋਲਾ ਜਿਹਾ ਹੈ, ਉਹ ਅੱਗੇ ਪੜ੍ਹਨਾ ਚਾਹੁੰਦਾ ਹੈ, ਪਰ ਮੇਰਾ ਦਿਲ ਉਸ ਨੂੰ ਹੋਸਟਲ ਵਿੱਚ ਰੱਖਣ ਲਈ ਨਹੀਂ ਮੰਨਦਾ, ਕਿਉਂਕਿ ਮੁੰਡੇ ਆਦਤਾਂ ਖਰਾਬ ਕਰ ਦਿੰਦੇ ਹਨ, ਕਿਤੇ ਰਾਜੂ ਗਲਤ ਸੰਗਤ ਵਿੱਚ ਨਾ ਪੈ ਜਾਏ। ਇਸ ਲਈ ਮੈਂ ਤੇਰੇ ਕੋਲ ਉਸ ਨੂੰ ਰੱਖਣਾ ਹੈ ਤੇ ਮੈਂ ਵੀ ਹਾਂ ਕਰ ਦਿੱਤੀ ਸੀ, ਕਿਉਂਕਿ ਛੋਟੇ ਭਰਾ ਤੇ ਪੁੱਤ ਵਿੱਚ ਕੀ ਫਰਕ ਹੁੰਦਾ ਹੈ। ਰਾਜੂ ਆਪਣੇ ਕਮਰੇ ਵਿੱਚ ਬੈਠ ਕੇ ਸਿਗਰਟ ਪੀ ਰਿਹਾ ਸੀ। ਮੈਨੂੰ ਪਤਾ ਹੀ ਨਾ ਚੱਲਿਆ ਕਿ ਮੈਂ ਉਸ ਨੂੰ ਦੇਖ ਲਿਆ ਹੈ। ਮੈਂ ਆਪਣੇ ਦਰਵਾਜ਼ੇ ਨੂੰ ਅੰਦਰੋਂ ਬੰਦ ਕੀਤਾ ਤੇ ਸੌਂ ਗਈ। ਸਵੇਰੇ ਮੇਰਾ ਦਰਵਾਜ਼ਾ ਰਾਜੂ ਨੇ ਪੂਰੇ ਜ਼ੋਰ ਨਾਲ ਖੜਕਾਇਆ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਗੁੱਸੇ ਵਿੱਚ ਬੋਲਿਆ ਕਿ ਤੁਸੀਂ ਅੰਦਰੋਂ ਦਰਵਾਜ਼ਾ ਬੰਦ ਕਿਉਂ ਕੀਤਾ। ਮੈਨੂੰ ਇਹ ਸੁਣ ਕੇ ਬਹੁਤ ਗੁੱਸਾ ਆਇਆ ਕਿ ਇਹ ਕੌਣ ਹੈ ਮੈਨੂੰ ਕਹਿਣ ਵਾਲਾ ਕਿ ਦਰਵਾਜ਼ਾ ਕਿਉਂ ਬੰਦ ਕੀਤਾ। ਵੈਸੇ ਵੀ ਮੈਂ ਰਾਤੀ ਸੋਚ ਲਿਆ ਸੀ ਕਿ ਰਾਜੂ ਨੂੰ ਕਹਿ ਦੇਣਾ ਕਿ ਕਿਤੇ ਹੋਰ ਜਾ ਕੇ ਰਹੇ। ਮੈਂ ਉਸ ਨੂੰ ਗੁੱਸੇ ਵਿੱਚ ਕਿਹਾ ਕਿ ਤੂੰ ਕੀ ਲੈਣਾ ਹੈ, ਮੈਂ ਭਾਵੇਂ ਦਰਵਾਜ਼ਾ ਬੰਦ ਕਰਕੇ ਸੋਵਾਂ ਤੇ ਜਾਗਾਂ। ਮੈਨੂੰ ਲੱਗਦਾ ਕਿ ਉਸ ਨੂੰ ਇਹ ਹੋ ਗਿਆ ਸੀ ਕਿ ਉਹ ਮੇਰੇ ਕਮਰੇ ਵਿੱਚ ਆਪਣੀਆਂ ਗੰਦੀਆਂ ਹਰਕਤਾਂ ਕਰਨ ਨਹੀਂ ਆ ਪਾਇਆ। ਫਿਰ ਘਬਰਾ ਕੇ ਬੋਲਿਆ ਕਿ ਤੁਹਾਡੀ ਸਿਹਤ ਠੀਕ ਨਹੀਂ ਸੀ, ਇਸ ਲਈ ਮੈਨੂੰ ਫਿਕਰ ਸੀ ਕਿ ਕਿਤੇ ਤੁਹਾਨੂੰ ਕੁਝ ਹੋ ਨਾ ਜਾਵੇ। ਉਸ ਦੀ ਝੂਠੀ ਫਿਕਰ ਤੋਂ ਮੈਨੂੰ ਨਫ਼ਰਤ ਹੋ ਰਹੀ ਸੀ। ਮੈਂ ਆਪਣੇ ਕਮਰੇ ਵਿੱਚੋਂ ਬਾਹਰ ਆਈ ਤੇ ਨਾਸ਼ਤਾ ਬਣਾ ਕੇ ਖਾ ਕੇ ਆਪਣੀ ਸਹੇਲੀ ਦੇ ਘਰ ਚਲੀ ਗਈ। ਉਹ ਮੇਰੇ ਪੜੋਸ ਵਿੱਚ ਹੀ ਸੀ। ਉਹ ਮੇਰਾ ਬਹੁਤ ਪਿਆਰ ਕਰਦੀ ਸੀ। ਜੇਕਰ ਮੈਨੂੰ ਕੋਈ ਕੰਮ ਹੁੰਦਾ ਤਾਂ ਉਹ ਮੇਰੀ ਮਦਦ ਕਰਦੀ ਸੀ। ਹੁਣ ਮੈਨੂੰ ਅਬੋਰਸ਼ਨ ਕਰਵਾਉਣਾ ਸੀ, ਕਿਉਂਕਿ ਮੇਰੇ ਘਰ ਵਾਲੇ ਨੇ ਅਗਲੇ ਮਹੀਨੇ ਆਉਣਾ ਸੀ। ਮੈਨੂੰ ਵਿੱਚੋਂ ਵਿੱਚ ਸੋਚ ਵੀ ਸੀ ਕਿ ਮੈਂ ਆਪਣੀ ਸਹੇਲੀ ਨੂੰ ਕਿੱਦਾਂ ਕਹਾਂ, ਪਰ ਮੈਨੂੰ ਉਸ ਦੀ ਲੋੜ ਸੀ। ਮੈਂ ਉਸ ਨੂੰ ਕਿਹਾ ਕਿ ਸੀਮਾ, ਮੈਂ ਅਬੋਰਸ਼ਨ ਕਰਵਾਉਣਾ ਹੈ, ਤੂੰ ਮੇਰੇ ਨਾਲ ਚੱਲ, ਕਿਉਂਕਿ ਇਹ ਗੱਲ ਉਸ ਤੋਂ ਬਿਨਾਂ ਮੈਂ ਕਿਸੇ ਨੂੰ ਨਹੀਂ ਕਹਿ ਸਕਦੀ ਸੀ। ਜੇਕਰ ਮੇਰੇ ਘਰ ਵਾਲੇ ਨੂੰ ਪਤਾ ਲੱਗ ਜਾਂਦਾ ਉਹ ਮੈਨੂੰ ਘਰੋਂ ਕੱਢ ਦਿੰਦਾ। ਸੀਮਾ ਮੰਨ ਗਈ। ਅਸੀਂ ਇੱਕ ਨਵੇਂ ਡਾਕਟਰ ਕੋਲ ਗਏ ਜਿਸ ਕੋਲ ਮੇਰਾ ਇਲਾਜ ਚੱਲਦਾ ਸੀ। ਮੈਂ ਉਸ ਕੋਲ ਜਾਣਾ ਸਹੀ ਨਾ ਸਮਝਿਆ। ਮੈਂ ਉਸ ਡਾਕਟਰ ਨੂੰ ਕਿਹਾ ਕਿ ਤੂੰ ਪੈਸੇ ਆਪਣੀ ਮਰਜ਼ੀ ਤੇ ਲੈ ਲਈ, ਤਾਂ ਉਹ ਮੰਨ ਗਈ। ਰਾਤ ਨੂੰ ਮੇਰੇ ਨਾਲ ਰੂਹ ਕੰਬਾਉਣ ਵਾਲੀ ਗੱਲ ਹੋਈ। ਮੈਂ ਸ਼ਾਮ ਨੂੰ ਰਾਜੂ ਨੂੰ ਕਿਹਾ ਕਿ ਤੂੰ ਆਪਣਾ ਰਹਿਣ ਦਾ ਇੰਤਜ਼ਾਮ ਕਿਤੇ ਹੋਰ ਕਰ ਲੈ। ਉਹ ਕਹਿਣ ਲੱਗਾ ਕਿ ਮੈਨੂੰ ਤਾਂ ਕੋਈ ਦਿੱਕਤ ਨਹੀਂ, ਪਰ ਤੁਸੀਂ ਇਕੱਲੇ ਕਿੱਦਾਂ ਰਹੋਗੇ। ਮੈਂ ਕਿਹਾ ਕਿ ਮੈਂ ਪਹਿਲਾਂ ਵੀ ਇਕੱਲੀ ਰਹਿੰਦੀ ਸੀ। ਮੈਂ ਰਾਤ ਨੂੰ ਆਪਣੇ ਦਰਵਾਜ਼ੇ ਨੂੰ ਬੰਦ ਕੀਤਾ ਤੇ ਸੌਂ ਗਈ। ਮੈਨੂੰ ਗਹਿਰੀ ਨੀਂਦ ਆ ਗਈ। ਫਿਰ ਮੈਨੂੰ ਇਹ ਲੱਗਾ ਕਿ ਮੇਰੇ ਕੋਲ ਕੋਈ ਪਿਆ ਹੈ। ਮੈਂ ਡਰ ਗਈ। ਕਮਰੇ ਦੀ ਬੱਤੀ ਬੰਦ ਸੀ। ਮੈਂ ਚੀਕ ਮਾਰੀ ਤਾਂ ਉਸ ਇਨਸਾਨ ਨੇ ਮੇਰਾ ਮੂੰਹ ਢੱਕ ਦਿੱਤਾ। ਮੈਂ ਬਹੁਤ ਘਬਰਾ ਗਈ ਸੀ। ਮੈਨੂੰ ਉਸ ਦੀ ਸ਼ਕਲ ਵੀ ਨਜ਼ਰ ਨਹੀਂ ਆ ਰਹੀ ਸੀ। ਕਮਰੇ ਵਿੱਚ ਬਹੁਤ ਹਨੇਰਾ ਸੀ। ਉਸ ਇਨਸਾਨ ਨੇ ਸਾਈਡ ਦੀ ਬੱਤੀ ਜਲਾਈ ਤੇ ਮੈਂ ਉਸ ਦਾ ਮੂੰਹ ਵੇਖ ਕੇ ਮੇਰੇ ਹੋਸ਼ ਉੱਡ ਗਏ, ਕਿਉਂਕਿ ਉਹ ਮੇਰਾ ਘਰ ਵਾਲਾ ਸੁਨੀਲ ਸੀ। ਮੈਂ ਉਸ ਨੂੰ ਦੇਖ ਕੇ ਗਲੇ ਲੱਗ ਗਈ ਤੇ ਰੋਣ ਲੱਗੀ। ਉਹਨਾਂ ਸੋਚਿਆ ਕਿ ਅਚਾਨਕ ਮੈਨੂੰ ਸਾਹਮਣੇ ਦੇਖ ਕੇ ਇਮੋਸ਼ਨਲ ਹੋ ਗਈ। ਉਹਨਾਂ ਕਿਹਾ ਮੈਂ ਤੈਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ। ਉਹਨਾਂ ਕਿਹਾ ਰਾਜੂ ਨੂੰ ਪਤਾ ਸੀ ਕਿ ਮੈਂ ਆਉਣਾ ਹੈ। ਉਸ ਨੇ ਦਰਵਾਜ਼ਾ ਖੋਲ੍ਹਿਆ। ਅੱਗੋਂ ਤੂੰ ਦਰਵਾਜ਼ਾ ਬੰਦ ਕਰਕੇ ਸੌਂ ਗਈ। ਮੈਂ ਖਿੜਕੀ ਦੇ ਰਾਸਤੇ ਆਇਆ ਹਾਂ। ਜਦੋਂ ਸਵੇਰ ਹੋਈ ਮੈਂ ਹੁਣ ਡਾਕਟਰ ਕੋਲ ਜਾਣਾ ਸੀ, ਪਰ ਮੈਂ ਆਪਣੇ ਘਰ ਵਾਲੇ ਨੂੰ ਕੀ ਦੱਸਦੀ। ਉਹ ਸੋ ਰਹੇ ਸੀ। ਮੈਂ ਲੌਬੀ ਵਿੱਚ ਬੈਠੀ ਸੀ ਤੇ ਰਾਜੂ ਨਾਸ਼ਤਾ ਬਣਾ ਕੇ ਲੈ ਕੇ ਆਇਆ ਤੇ ਕਹਿਣ ਲੱਗਾ ਕਿ ਕਿੱਦਾਂ ਲੱਗਾ ਤੁਹਾਨੂੰ ਜੀਜਾ ਜੀ ਦਾ ਸਰਪ੍ਰਾਈਜ਼। ਮੈਂ ਕਿਹਾ ਤੂੰ ਜਿੰਨੀ ਛੇਤੀ ਹੋ ਸਕਦਾ ਇੱਥੋਂ ਚਲਾ ਜਾ। ਮੈਂ ਤੇਰੀ ਸ਼ਕਲ ਨਹੀਂ ਦੇਖਣਾ ਚਾਹੁੰਦੀ, ਕਿਉਂਕਿ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ। ਉਹ ਮੇਰੇ ਮੂੰਹ ਵੱਲ ਦੇਖ ਰਿਹਾ ਸੀ ਜਿੱਦਾਂ ਕੁਝ ਨਾ ਹੋਇਆ ਹੋਵੇ। ਮੈਂ ਰਿਪੋਰਟ ਲਿਆ ਕੇ ਉਸਦੇ ਮੂੰਹ ਤੇ ਮਾਰੀ। ਇੰਨੇ ਨੂੰ ਸੁਨੀਲ ਵੀ ਮੇਰੇ ਪਿੱਛੇ ਆ ਗਏ। ਮੈਂ ਉਹਨਾਂ ਨੂੰ ਵੇਖ ਕੇ ਬੇਹੋਸ਼ ਹੋ ਗਈ। ਜਦੋਂ ਅੱਖ ਖੁੱਲੀ ਹਸਪਤਾਲ ਵਿੱਚ ਸੀ। ਮੈਂ ਸੁਨੀਲ ਨੂੰ ਦੇਖ ਕੇ ਰੋਣ ਲੱਗੀ ਕਿ ਮੈਨੂੰ ਮਾਫ਼ ਕਰ ਦਿਓ, ਮੈਂ ਕੁਝ ਨਹੀਂ ਕੀਤਾ। ਰਾਜੂ ਨੇ ਮੈਨੂੰ ਨੀਂਦ ਦੀ ਦਵਾਈ ਦੇ ਕੇ ਮੇਰੇ ਨਾਲ ਗਲਤ ਕੀਤਾ। ਤੁਸੀਂ ਮੈਨੂੰ ਤਲਾਕ ਨਾ ਦੇਣਾ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਸੁਨੀਲ ਨੇ ਕਿਹਾ ਮੈਂ ਤੈਨੂੰ ਤਲਾਕ ਨਹੀਂ ਦੇਣਾ ਤੇ ਨਾਲੇ ਤੂੰ ਪ੍ਰੈਗਨੈਂਟ ਨਹੀਂ ਹੈ। ਉਹ ਕਿਸੇ ਹੋਰ ਦੀ ਰਿਪੋਰਟ ਸੀ ਜੋ ਨਾਲ ਅਦਲ-ਬਦਲ ਹੋ ਗਈ। ਰਾਜੂ ਬੇਕਸੂਰ ਹੈ। ਰਾਜੂ ਰੋ ਰਿਹਾ ਸੀ ਤੇ ਕਹਿਣ ਲੱਗਾ ਕਿ ਤੁਸੀਂ ਮੇਰੀ ਭੈਣ ਹੋ। ਤੁਸੀਂ ਇਹ ਸੋਚ ਵੀ ਕਿੱਦਾਂ ਲਿੱਤਾ। ਤੁਸੀਂ ਮੈਨੂੰ ਬਚਪਨ ਵਿੱਚ ਗੋਦੀ ਵਿੱਚ ਖੜਾਇਆ ਹੈ। ਮੈਂ ਤੁਹਾਡਾ ਇਸ ਕਰਕੇ ਧਿਆਨ ਰੱਖਦਾ ਸੀ ਕਿ ਤੁਸੀਂ ਮੈਨੂੰ ਆਪਣੀ ਮੰਮੀ ਵਾਂਗੂ ਲੱਗਦੇ ਹੋ। ਇੱਕ ਗਲਤ ਰਿਪੋਰਟ ਕਰਕੇ ਮੈਂ ਰਾਜੂ ਨੂੰ ਕਿੰਨਾ ਬੁਰਾ ਭਲਾ ਕਿਹਾ। ਕਾਸ਼ ਮੈਂ ਟੈਸਟ ਦੁਬਾਰਾ ਕਰਵਾ ਲੈਂਦੀ ਤਾਂ ਏਦਾਂ ਨਾ ਹੁੰਦਾ। ਜੀ ਦੋਸਤੋ, ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਜੀ। ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਆਪਣਾ ਤੇ ਆਪਣੇ ਘਰਦਿਆਂ ਦਾ ਧਿਆਨ ਰੱਖਣਾ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ, ਤੇ ਪੇਂਡੂ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ ਜੀ।